ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਮਨ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਮੀਤ ਅਕੈਡਮੀ ਦੇ ਉੱਤੇ। ਤੇ ਅੱਜ ਫਿਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਰਿਆਂ ਦੇ ਸਾਹਮਣੇ। ਤੇ ਅੱਜ ਅਸੀਂ ਗੱਲ ਕਰਾਂਗੇ KVS ਦੇ ਵਿੱਚ ਨਿਕਲੀ ਹੋਈ ਰਿਕਰੂਟਮੈਂਟ ਦੇ ਬਾਰੇ ਵਿੱਚ। ਲੇਟੈਸਟ ਨੋਟੀਫਿਕੇਸ਼ਨ ਹੈ ਜਿਹੜਾ ਕਿ ਆਊਟ ਹੋਇਆ ਹੈ ਔਰ ਮੈਂ ਤੁਹਾਡੇ ਲਈ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਇਆ ਹਾਂ। ਇਸ ਦੇ ਵਿੱਚ ਮੈਂ ਪੂਰੀ ਡਿਟੇਲ ਦੱਸਾਂਗਾ ਤੁਹਾਨੂੰ ਕਿੱਦਾਂ ਤੁਸੀਂ ਅਪਲਾਈ ਕਰਨਾ ਹੈ, ਕੀ ਐਲੀਜੀਬਿਲਿਟੀ ਰਹੇਗੀ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜੀਆਂ ਨੇ ਟੀਚਰਸ ਦੀਆਂ ਭਰਤੀਆਂ ਤਾਂ ਆਊਟ ਹੋਈਆਂ ਹੋਈਆਂ, ਨਾਲ ਦੀ ਨਾਲ ਬੈਕਐਂਡ ਡਿਪਾਰਟਮੈਂਟ ਦੇ ਲਈ ਵੀ ਭਰਤੀਆਂ ਜਿਹੜੀਆਂ ਨੇ ਆਊਟ ਹੋਈਆਂ ਨੇ। 12th ਪਾਸ ਵਾਲਿਆਂ ਲਈ ਵੀ ਅਲੱਗ ਤੋਂ ਰਿਕਰੂਟਮੈਂਟ ਆਊਟ ਹੋਈਆਂ ਨੇ। ਮੈਂ ਪੂਰੀ ਡਿਟੇਲ ਦੱਸਾਂਗਾ ਤੁਹਾਨੂੰ, ਕੁਆਲੀਫਿਕੇਸ਼ਨ ਕੀ ਰਹੇਗੀ, ਐਲੀਜੀਬਿਲਿਟੀ ਕੀ ਰਹੇਗੀ, ਤੁਸੀਂ ਕਿੱਦਾਂ ਅਪਲਾਈ ਕਰਨਾ ਹੈ। ਲੇਕਿਨ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਪੂਰਾ ਸਮਝ ਆ ਸਕੇ। ਤਾਂ ਮੈਂ ਤੁਹਾਨੂੰ ਪੂਰੀ ਡਿਟੇਲ ਦੱਸਾਂਗਾ ਇਸ ਵੀਡੀਓ ਦੇ ਵਿੱਚ। ਲੇਕਿਨ ਉਸ ਤੋਂ ਪਹਿਲਾਂ ਅਗਰ ਤੁਸੀਂ ਸਾਡੀ YouTube ਚੈਨਲ ਤੇ ਫਸਟ ਡੇ ਵਿਜ਼ਿਟ ਕਰ ਰਹੇ ਹੋ, ਸਾਡੇ ਚੈਨਲ ਸਬਸਕ੍ਰਾਈਬ ਤੇ ਬੈਲ ਬਟਨ ਦਬਾਉਣਾ ਨਾ ਭੁੱਲਣਾ ਤਾਂ ਕਿ ਕੋਈ ਵੀ ਨੋਟੀਫਿਕੇਸ਼ਨ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ। ਹਰ ਤਰ੍ਹਾਂ ਦੀ ਨੋਟੀਫਿਕੇਸ਼ਨ ਨੂੰ ਸਭ ਤੋਂ ਪਹਿਲਾਂ ਪਾਉਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਸਾਡੀ ਵੈਬਸਾਈਟ www.clory.com ਜਿਸ ਦਾ ਲਿੰਕ ਤੁਹਾਨੂੰ ਵੀਡੀਓ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ। ਟੈਗ ਲਾਈਨ ਤੇ ਵੀ ਤੁਸੀਂ ਦੇਖ ਲਏ ਹੋਗੇ, ਉਸ ਦੇ ਉੱਪਰ ਵੀ ਤੁਸੀਂ ਕਲਿੱਕ ਕਰਕੇ ਉਹਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਕੋਈ ਵੀ ਨੋਟੀਫਿਕੇਸ਼ਨ ਅਗਰ ਆਊਟ ਹੋਵੇ, ਚਾਹੇ ਉਹ ਸੈਂਟਰ ਦਾ ਹੋਵੇ ਜਾਂ ਸਟੇਟ ਦਾ ਹੋਵੇ, ਹਰ ਤਰ੍ਹਾਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਦਾ ਹੈ ਔਰ ਤੁਸੀਂ ਉਹਨੂੰ ਚੈੱਕ ਕਰਕੇ ਅਪਲਾਈ ਵੀ ਕਰ ਸਕੋਗੇ। ਤੇ ਹੁਣ ਅਸੀਂ ਗੱਲ ਕਰਾਂਗੇ ਰਿਕਰੂਟਮੈਂਟ ਦੀ। ਲੇਕਿਨ ਇਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਂਦੇ ਹਾਂ ਰਿਕਰੂਟਮੈਂਟ ਜਿਹੜੀ ਆਊਟ ਹੋਈ ਹੈ ਜੀ, ਇਹ KVS ਵੱਲੋਂ ਆਊਟ ਹੋਈ ਹੈ ਔਰ ਇਸ ਦੇ ਵਿੱਚ ਅਲੱਗ-ਅਲੱਗ ਰਿਕਰੂਟਮੈਂਟ ਜਿਹੜੀਆਂ ਨੇ ਆਊਟ ਹੋਈਆਂ। ਤੁਸੀਂ ਅਪਲਾਈ ਕਿੱਦਾਂ ਕਰਨਾ ਹੈ, ਇਹਦੇ ਲਈ ਤੁਸੀਂ ਅਪਲਾਈ ਆਨਲਾਈਨ ਕਰ ਲੈਣਾ ਹੈ। ਇਹਦੇ ਲਈ ਲਿੰਕ ਤੁਹਾਨੂੰ ਵੀਡੀਓ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ, ਠੀਕ ਹੈ ਜੀ। ਉੱਥੇ ਕਲਿੱਕ ਕਰਕੇ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਹੋ। ਜਿੱਦਾਂ ਹੀ ਤੁਸੀਂ ਕਲਿੱਕ ਕਰੋਗੇ, ਰਾਈਟ ਸਾਈਡ ਤੇ ਤੁਸੀਂ ਦੇਖ ਪਾ ਰਹੇ ਹੋਵੋਗੇ ਉੱਥੇ ਇੱਕ ਗੂਗਲ ਸ਼ੀਟ ਜਿਹੜੀ ਹੈ ਉਹ ਓਪਨ ਹੋ ਜਾਏਗੀ। ਉਸ ਗੂਗਲ ਸ਼ੀਟ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਦੇਖ ਪਾ ਰਹੇ ਹੋ ਤੁਹਾਡੀ ਡਿਟੇਲਸ ਮੰਗੀਆਂ ਗਈਆਂ ਨੇ, ਕਿਹੜੀ ਪੋਸਟ ਲਈ ਤੁਸੀਂ ਅਪਲਾਈ ਕਰਨਾ ਹੈ, ਉਹ ਤੁਹਾਡੇ ਰਿਲੇਟਿਡ ਇਨਫੋਰਮੇਸ਼ਨ, ਤੁਹਾਡੀ ਕੈਟਾਗਰੀ, ਡੇਟ ਆਫ ਬਰਥ, ਤੁਹਾਡਾ ਨਾਮ, ਤੁਹਾਡੇ ਪਾਪਾ ਦਾ ਨਾਮ, ਤੁਹਾਡਾ ਫੁੱਲ ਐਡਰੈਸ, ਤੁਹਾਡਾ ਮੋਬਾਈਲ ਨੰਬਰ, WhatsApp ਨੰਬਰ, ਈਮੇਲ ਐਡਰੈਸ ਅਤੇ ਹੋਰ ਤੁਹਾਡੀ ਬੇਸਿਕ ਇਨਫੋਰਮੇਸ਼ਨ, ਤੁਹਾਡੀ ਕੁਆਲੀਫਿਕੇਸ਼ਨ ਦੇ ਰਿਲੇਟਿਡ, ਤੁਹਾਡਾ ਐਕਸਪੀਰੀਅੰਸ ਦੇ ਰਿਲੇਟਿਡ ਜਿਹੜੀ ਹੈ ਉਹ ਮੰਗੀ ਗਈ ਹੈ। ਉਹ ਤੁਸੀਂ ਪ੍ਰੋਪਰ ਫਿਲ ਕਰਕੇ ਨੈਕਸਟ ਕਰਦੇ ਜਾਓਗੇ ਜਿੱਦਾਂ ਹੀ, ਠੀਕ ਹੈ ਜੀ। ਨੈਕਸਟ ਪੇਜ ਓਪਨ ਹੋ ਜਾਏਗਾ। ਟੋਟਲ ਜਿਹੜੇ ਤੁਹਾਨੂੰ 7 ਪੇਜਿਸ ਨੇ ਤੁਹਾਡੀ ਪਰਸਨਲ ਇਨਫੋਰਮੇਸ਼ਨ ਦੇ, ਤੁਹਾਡੀ ਕੁਆਲੀਫਿਕੇਸ਼ਨ ਦੇ, ਤੁਹਾਡੇ ਐਕਸਪੀਰੀਅੰਸ ਦੇ, ਉਹ ਤੁਸੀਂ ਪ੍ਰੋਪਰ ਫਿਲ ਕਰਕੇ ਸਬਮਿਟ ਕਰ ਦੇਣਾ ਹੈ। ਇਸ ਦੇ ਵਿੱਚ ਜਿਹੜਾ ਵੀ ਇੰਟਰਵਿਊ ਤੁਹਾਡਾ ਹੋਏਗਾ ਉਹ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਕਲੀਅਰਲੀ ਆਪਣੇ ਫਰਸਟ ਪੇਜ ਦੇ ਵਿੱਚ, ਜਿਹੜਾ ਕਿ ਉਹਦੇ ਵਿੱਚ ਵਾਕ ਇਨ ਵੀ ਹੋ ਸਕਦਾ ਕੁਝ ਇੱਕ ਪੋਸਟਰ ਲਈ ਔਰ ਕੁਝ ਇੱਕ ਪੋਸਟਰ ਲਈ ਜਿਹੜਾ ਆਨਲਾਈਨ ਜਿਹੜਾ ਗੂਗਲ ਦੇ ਥਰੂ ਵੀ ਹੋਏਗਾ। ਉਹ ਆਪਣੀ ਇਹ ਵੈਬਸਾਈਟ ਦੇ ਉੱਪਰ ਅਪਡੇਟ ਕਰਦੇ ਨੇ, ਸੋ ਤੁਸੀਂ ਅਪਡੇਟ ਰਹਿਣਾ ਹੈ, ਵੈਬਸਾਈਟ ਨੂੰ ਚੈੱਕ ਕਰਦੇ ਰਹਿਣਾ ਹੈ। ਬਾਕੀ ਅਸੀਂ ਵੀ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਜਿੱਦਾਂ ਨਿਕਲੇਗਾ ਵਾਕ ਇਨ ਦੇ ਲਈ ਇਨਫੋਰਮੇਸ਼ਨ ਆਏਗੀ, ਅਸੀਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਲੈ ਕੇ ਆਵਾਂਗੇ। ਤਾਂ ਨੈਕਸਟ ਗੱਲ ਕਰਦੇ ਹਾਂ ਅਸੀਂ ਏਜ ਲਿਮਿਟ ਦੀ। 18 ਸਾਲ ਤੋਂ ਲੈ ਕੇ ਜਿਹੜੇ ਕੈਂਡੀਡੇਟ ਨੇ ਉਹ ਇਹਦੇ ਲਈ ਐਲੀਜੀਬਲ ਨੇ ਅਪਲਾਈ ਕਰਨ ਦੇ ਲਈ। ਜਿਹੜੀ ਮਿਨੀਮਮ ਤੁਹਾਡੀ ਏਜ ਹੋਏਗੀ ਉਹ 18 ਈਅਰ ਹੈ, ਠੀਕ ਹੈ ਜੀ, ਅਪਲਾਈ ਕਰਨ ਦੀ, ਔਰ ਮੈਕਸਿਮਮ ਜਿਹੜੀ ਹੈ 65 ਈਅਰ ਹੋਏਗੀ। ਇਹਦੇ ਲਈ ਮੈਂ ਤੁਹਾਨੂੰ ਪੂਰੀ ਡਿਟੇਲ ਦੱਸਾਂਗਾ, ਠੀਕ ਹੈ ਜੀ। ਹੁਣ ਅਸੀਂ ਗੱਲ ਕਰਾਂਗੇ ਜਿਹੜੀ ਪੋਸਟਾਂ ਜਿਹੜੀਆਂ ਨੇ ਉਹ ਆਊਟ ਹੋਈਆਂ ਨੇ। ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਐਗਜ਼ਾਮ ਨੂੰ ਕ੍ਰੈਕ ਕਰਨ ਦੇ ਲਈ ਪ੍ਰੈਕਟਿਸ ਔਰ ਐਨਾਲਿਸਿਸ ਬਹੁਤ ਜ਼ਰੂਰੀ ਹੈ। ਇਸ ਦੇ ਲਈ ਅਨਅਕੈਡਮੀ ਤੁਹਾਡੇ ਲਈ ਲੈ ਕੇ ਆਇਆ ਹੈ ਅਲਟੀਮੇਟ PYQS ਟੈਸਟ ਸੀਰੀਜ਼ ਬੈਂਕ ਪ੍ਰੀਲਿਮਸ ਬਿਲਕੁਲ ਫ੍ਰੀ। ਇਸ ਵਿੱਚ ਹੋਵੇਗਾ ਬੈਂਕ ਪ੍ਰੀਲਿਮਸ ਐਗਜ਼ਾਮੀਨੇਸ਼ਨ ਦੇ ਪ੍ਰੀਵੀਅਸ ਈਅਰ ਦੇ ਕੁਐਸਚਨ ਦੇ ਬੇਸ ਤੇ ਸਬਜੈਕਟ ਵਾਈਜ਼ ਟੈਸਟ ਅਤੇ ਉਹਨਾਂ ਟੈਸਟਾਂ ਦਾ ਸੇਮ ਡੇ ਐਨਾਲਿਸਿਸ ਬਿਲਕੁਲ ਫ੍ਰੀ, ਜੋ ਕਿ ਹੈਲਪ ਕਰੇਗਾ ਤੁਹਾਨੂੰ ਡੇਲੀ ਪ੍ਰੈਕਟਿਸ ਅਤੇ ਪ੍ਰੈਪਰੇਸ਼ਨ ਟਰੈਕ ਕਰਨ ਦੇ ਲਈ। ਇਸ PYQ ਟੈਸਟ ਸੀਰੀਜ਼ ਦੇ ਵਿੱਚ ਹਰ ਬੈਂਕ ਐਗਜ਼ਾਮ ਦੇ ਪ੍ਰੀਲਿਮ ਐਗਜ਼ਾਮ ਦੇ ਬੇਸ ਤੇ ਹੈ ਅਤੇ ਸਾਰੇ ਐਸਪੀਰੈਂਟ ਜੋ ਕਿ ਬੈਂਕ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹਨ ਜਲਦੀ ਨਾਲ ਇਸ ਮੌਕੇ ਨੂੰ ਗ੍ਰੈਬ ਕਰ ਲੈਣ ਤੇ ਕਰੈਕ ਕਰੋ ਬੈਂਕ ਐਗਜ਼ਾਮ ਅਨਅਕੈਡਮੀ ਦੇ ਨਾਲ। ਲਿੰਕ ਤੁਹਾਨੂੰ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ, ਜਲਦੀ ਨਾਲ ਤੁਸੀਂ ਜਿਹੜਾ ਐਨਰੋਲ ਕਰ ਲੈਣਾ ਹੈ। ਤੇ ਹੁਣ ਅਸੀਂ ਗੱਲ ਕਰਦੇ ਹਾਂ ਜੀ ਰਿਕਰੂਟਮੈਂਟ ਦੀ। ਲੇਕਿਨ ਰਿਕਰੂਟਮੈਂਟ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈਗੀ ਆ ਪੋਸਟਾਂ ਅਤੇ ਤੁਹਾਡੀ ਕੁਆਲੀਫਿਕੇਸ਼ਨ, ਜੋ ਕਿ ਮੇਨ ਹੁੰਦੀ ਹੈ। ਮੈਂ ਤੁਹਾਨੂੰ ਪੂਰੀ ਡਿਟੇਲ ਤੇ ਦੱਸਾਂਗਾ, ਲੇਕਿਨ ਕੁਛ ਇੱਕ ਪਾਰਟ ਜਿਹੜਾ ਹੈ ਤੁਸੀਂ ਉਹ ਪੜ੍ਹ ਲੈਣਾ, ਮੈਂ ਨੋਟੀਫਿਕੇਸ਼ਨ ਦੇ ਦਾਂਗਾ, ਠੀਕ ਹੈ ਜੀ। ਕਿਉਂਕਿ ਇੱਦਾਂ ਮੈਂ ਅਗਰ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਦੱਸਾਂਗਾ ਉਹ ਕਾਫੀ ਲੰਬੀ ਵੀਡੀਓ ਬਣ ਜਾਏਗੀ, ਠੀਕ ਹੈ। ਜਿਹੜੀ ਮੇਨ ਰਿਕੁਆਇਰਮੈਂਟ ਹੈ ਮੈਂ ਤੁਹਾਨੂੰ ਉਹ ਦੱਸ ਦਿੰਦਾ। ਇਸ ਦੇ ਵਿੱਚ ਸਭ ਤੋਂ ਪਹਿਲੀ ਪੋਸਟ ਜੇਕਰ ਅਸੀਂ ਗੱਲ ਕਰੀਏ PGTs ਦੇ ਲਈ, ਉਹਦੇ ਵਿੱਚ ਜਿਹੜੇ ਸਬਜੈਕਟ ਹੈਗੇ ਨੇ ਉਹ ਹੈਗੇ ਨੇ ਮੈਥ, ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਇੰਗਲਿਸ਼, ਹਿੰਦੀ, ਹਿਸਟਰੀ, ਇਕਨੋਮਿਕਸ, ਅਕਾਊਂਟੈਂਸੀ, ਬਿਜ਼ਨਸ ਸਟੱਡੀਜ਼ ਐਂਡ ਜੀਓਗ੍ਰਾਫੀ। ਇਸ ਦੇ ਵਿੱਚ ਉਹਨਾਂ ਨੇ ਪੋਸਟ ਗ੍ਰੈਜੂਏਸ਼ਨ ਜਿਹੜੀ ਉਹਨਾਂ ਨੂੰ ਰਿਕੁਆਇਰਡ ਹੈ ਰੈਲੇਵੈਂਟ ਸਬਜੈਕਟ ਦੇ ਵਿੱਚ, ਠੀਕ ਹੈ, ਜੋ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ 50% ਮਾਰਕਸ ਦੇ ਨਾਲ ਤੁਹਾਡੇ ਹੋਣੇ ਜ਼ਰੂਰੀ ਹੈ, ਜੋ ਕਿ ਉਹਨਾਂ ਦੇ ਬੇਸਿਕ ਰਿਕੁਆਇਰਮੈਂਟ ਹੈ। ਨੈਕਸਟ ਹੈਗਾ PGT ਕੰਪਿਊਟਰ ਸਾਇੰਸ। ਐਟਲੀਸਟ ਤੁਹਾਡੇ 50% ਮਾਰਕ ਹੋਣੇ ਚਾਹੀਦੇ ਨੇ ਜਿਹੜੇ ਕਿ ਫੋਲੋਇੰਗ ਸਬਜੈਕਟ ਦੇ ਵਿੱਚ ਹੈ। BE CS ਜਾਂ IT ਦੇ ਵਿੱਚ, BTech ਜਿਹੜੀ ਹੈ CS ਜਾਂ IT ਦੇ ਵਿੱਚ, MSc ਜਿਹੜੀ CS ਦੇ ਵਿੱਚ ਜਾਂ MCA ਤੁਸੀਂ ਕੀਤੀ ਹੋਈ ਹੈ ਤਾਂ ਤੁਸੀਂ ਐਲੀਜੀਬਲ ਹੋ ਇਹਦੇ ਲਈ ਅਪਲਾਈ ਕਰਨ ਦੇ ਲਈ। ਨੈਕਸਟ ਅਗਰ ਅਸੀਂ ਗੱਲ ਕਰੀਏ PGT ਹਿੰਦੀ ਦੇ ਲਈ, ਇੰਗਲਿਸ਼ ਔਰ ਸੰਸਕ੍ਰਿਤ ਦੇ ਲਈ, ਇਸ ਦੇ ਵਿੱਚ ਜਿਹੜੀ ਹੈ ਤੁਹਾਨੂੰ ਗ੍ਰੈਜੂਏਸ਼ਨ ਰਿਕੁਆਇਰਡ ਹੈ 50% ਮਾਰਕਸ ਦੇ ਨਾਲ ਰੈਲੇਵੈਂਟ ਜਿਹੜਾ ਸਬਜੈਕਟ ਹੈ ਉਹਦੇ ਵਿੱਚ ਔਰ ਇਸ ਦੇ ਜਿਹੜੀ ਅਗਰ B.Ed ਤੁਸੀਂ ਕੀਤੀ ਹੋਈ ਕਿਸੇ ਵੀ ਰੈਕੋਗਨਾਈਜ਼ਡ ਯੂਨੀਵਰਸਿਟੀ ਤੋਂ ਅਪਲਾਈ ਕਰ ਸਕਦੇ ਹੋ, ਠੀਕ ਹੈ ਜੀ। ਇਸ ਦੇ ਲਈ ਨੈਕਸਟ ਹੈਗਾ
TGT ਮੈਥ, ਇਸ ਦੇ ਵਿੱਚ ਗ੍ਰੈਜੂਏਸ਼ਨ ਮੈਥ ਦੇ ਵਿੱਚ ਜਿਹੜੀ ਹੈ ਇਹਨਾਂ ਦੋਨਾਂ ਸਬਜੈਕਟ ਵਿੱਚੋਂ, ਚਾਹੇ ਉਹ ਫਿਜ਼ਿਕਸ ਹੋਵੇ, ਠੀਕ ਹੈ ਜੀ, ਕੈਮਿਸਟਰੀ, ਇਲੈਕਟ੍ਰੋਨਿਕ, ਕੰਪਿਊਟਰ ਸਾਇੰਸ ਵਿੱਚ ਤੁਹਾਡੀ ਘੱਟੋ ਘੱਟ 50% ਮਾਰਕਸ ਦੇ ਨਾਲ ਜਿਹੜੀ ਹੈ ਉਹ ਹੋਣੀ ਜ਼ਰੂਰੀ ਹੈ, ਤਾਂ ਤੁਸੀਂ ਐਲੀਜੀਬਲ ਹੋ ਅਪਲਾਈ ਕਰਨ ਦੇ ਲਈ। ਨੈਕਸਟ ਹੈਗਾ TGT ਸੋਸ਼ਲ ਸਾਇੰਸ, ਇਸ ਦੇ ਵਿੱਚ ਵੀ ਤੁਹਾਡੀ ਗ੍ਰੈਜੂਏਸ਼ਨ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਕਿਸੇ ਵੀ ਦੋਨਾਂ ਸਬਜੈਕਟ ਵਿੱਚੋਂ, ਹਿਸਟਰੀ, ਜਿਓਗ੍ਰਾਫਿਕ, ਇਕਨੋਮਿਕਸ, ਪੋਲੀਟੀਕਲ ਸਾਇੰਸ, ਠੀਕ ਹੈ ਜੀ। ਇਹਨਾਂ ਵਿੱਚੋਂ ਤੁਹਾਡੇ ਜਿਹੜੇ ਟੋਟਲ ਮਾਰਕਸ ਜਿਹੜੇ ਨੇ 50% ਮਾਰਕਸ ਜਿਹੜੇ ਨੇ ਉਹ ਹੋਣੇ ਜ਼ਰੂਰੀ ਨੇ, ਤਾਂ ਹੀ ਤੁਸੀਂ ਐਲੀਜੀਬਲ ਹੋ ਅਪਲਾਈ ਕਰਨ ਦੇ ਲਈ। ਨੈਕਸਟ ਅਗਰ ਅਸੀਂ ਗੱਲ ਕਰੀਏ ਪ੍ਰਾਇਮਰੀ ਟੀਚਰਸ ਦੀ, ਇਸ ਦੇ ਵਿੱਚ ਵੀ ਤੁਹਾਡੇ ਜਿਹੜੇ 50% ਮਾਰਕਸ ਹੋਣੇ ਚਾਹੀਦੇ ਨੇ, ਠੀਕ ਹੈ ਜੀ। ਔਰ ਡੀ.ਐਡ, ਇਹਦੇ ਵਿੱਚ ਤੁਸੀਂ ਡੀ.ਐਡ ਕੀਤੀ ਹੋਈ ਹੈ, ਬੀ.ਐਡ ਕੀਤੀ ਹੋਈ ਹੈ, ਠੀਕ ਹੈ ਜੀ, JBT ਜਾਂ EDT, ਠੀਕ ਹੈ ਜੀ, ਉਹ ਅਪਲਾਈ ਕਰ ਸਕਦੇ ਨੇ। ਔਰ ਨੈਕਸਟ ਹੈਗਾ ਜੀ ਕੰਪਿਊਟਰ ਇੰਸਟਰਕਟਰ ਦੀ, ਇਸ ਦੇ ਵਿੱਚ ਜਿਹੜੀ BE ਹੋਣੀ ਤੁਹਾਡੀ ਜ਼ਰੂਰੀ ਹੈ, CS ਜਾਂ IT ਦੇ ਵਿੱਚ, BTech CS ਜਾਂ IT ਦੇ ਵਿੱਚ, CS ਤੁਹਾਨੂੰ ਪਤਾ ਕੰਪਿਊਟਰ ਸਾਇੰਸ ਔਰ ਇਨਫੋਰਮੇਸ਼ਨ ਟੈਕਨੋਲੋਜੀ IT ਦੇ ਲਈ ਸਟੈਂਡ ਹੁੰਦੀ ਹੈ। ਉਸ ਤੋਂ ਬਾਅਦ MSc CS ਦੇ ਲਈ, ਠੀਕ ਹੈ ਜੀ, BSc CS ਦੇ ਲਈ, MCA ਕੀਤੀ ਹੋਈ ਹੈ, BCA ਕੀਤੀ ਹੋਈ ਹੈ, ਜਾਂ ਇਸ ਦੇ ਇਕੁਇਵਲੈਂਟ ਜਿਹੜੀ ਤੁਸੀਂ ਕੋਈ ਵੀ ਸਟੱਡੀ ਕੀਤੀ ਹੋਈ ਹੈ ਜਿਹੜੀ ਕਿਸੇ ਬੋਰਡ ਜਾਂ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ ਅਪਲਾਈ ਕਰਨ ਦੇ ਲਈ, ਠੀਕ ਹੈ ਜੀ। ਹੋਰ ਬੇਸਿਕ ਰਿਕੁਆਇਰਮੈਂਟ ਹੈਗੀਆਂ ਨੇ ਜੋ ਕਿ ਤੁਹਾਨੂੰ ਸਰਟੀਫਿਕੇਟ ਜਾਂ ਛੋਟੇ ਕ੍ਰੈਸ਼ ਕੋਰਸਿਸ ਨੇ ਉਹ ਤੋਂ ਲਿਖੇ ਹੋਏ ਨੇ, ਤੁਸੀਂ ਮੈਂਸ਼ਨ ਕੀਤੇ ਆ, ਉਹ ਤੁਸੀਂ ਚੈੱਕ ਕਰ ਸਕਦੇ ਹੋ ਡਿਟੇਲ ਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚ ਜਾ ਕੇ। ਨੈਕਸਟ ਹੈਗਾ ਸਪੋਰਟਸ ਕੋਚਿਸ ਦੀ ਵੀ ਜਿਹੜੀ ਹੈ ਰਿਕੁਆਇਰਮੈਂਟ ਹੈਗੀ ਹੈ, ਇਸ ਦੇ ਵਿੱਚ ਐਥਲੈਟਿਕਸ ਦੇ ਵਿੱਚ, ਠੀਕ ਹੈ ਜੀ, ਟਾਈਕਵਾਂਡੋ ਦੇ ਵਿੱਚ, ਵਾਲੀਬਾਲ ਔਰ ਬਾਸਕਟਬਾਲ, ਇਸ ਦੇ ਵਿੱਚ ਜਿਹੜਾ ਤੁਹਾਡਾ ਡਿਪਲੋਮਾ ਹੋਣਾ ਚਾਹੀਦਾ ਹੈ, ਠੀਕ ਹੈ, ਰਿਕੁਆਇਰਡ ਰੈਲੇਵੈਂਟ ਡਿਸਿਪਲਿਨ ਦੇ ਵਿੱਚ, ਤਾਂ ਤੁਸੀਂ ਜਿਹੜਾ ਕਿਸੇ ਵੀ ਰਿਕਗਨਾਈਜ਼ਡ ਬੋਰਡ ਜਾਂ ਯੂਨੀਵਰਸਿਟੀ ਤੋਂ ਅਗਰ ਕੀਤਾ ਹੋਇਆ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਨੈਕਸਟ ਹੈਗਾ ਜੀ ਆਰਟ ਐਂਡ ਕਰਾਫਟ ਐਕਸਪਰਟ, ਇਸ ਦੇ ਵਿੱਚ ਤੁਹਾਡਾ ਡਿਪਲੋਮਾ ਹੋਣਾ ਚਾਹੀਦਾ ਆਰਟ ਐਂਡ ਕਰਾਫਟ ਦੇ ਵਿੱਚ, BFA ਦੇ ਵਿੱਚ ਪੇਂਟਿੰਗ ਸਕਿੱਲ ਜਿਹੜੀ ਹੈ ਇਹਦੇ ਵਿੱਚ ਮਸਟ ਹੈ, ਠੀਕ ਹੈ ਜੀ, ਕਿਸੇ ਵੀ ਰਿਕਗਨਾਈਜ਼ਡ ਬੋਰਡ ਜਾਂ ਯੂਨੀਵਰਸਿਟੀ ਤੋਂ। ਔਰ ਨੈਕਸਟ ਹੈਗਾ ਕਾਉਂਸਲਰ ਦੀ, ਇਸ ਦੇ ਵਿੱਚ ਤੁਹਾਡੀ BA ਜਾਂ BSc ਜਿਨ੍ਹਾਂ ਨੇ ਕੀਤੀ ਹੋਈ ਹੈ, ਠੀਕ ਹੈ ਜੀ, ਸੋਸ਼ੀਓਲੋਜੀ ਦੇ ਵਿੱਚ, ਉਹ ਜਿਹੜੇ ਅਪਲਾਈ ਕਰ ਸਕਦੇ ਨੇ, ਠੀਕ ਹੈ ਜੀ। ਔਰ ਡਿਪਲੋਮਾ ਜਾਂ ਗਾਈਡੈਂਸ ਜਾਂ ਕਾਉਂਸਲਿੰਗ ਦੇ ਵਿੱਚ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਨੂੰ ਪ੍ਰੈਫਰੈਂਸ ਹੋਏਗੀ। ਨੈਕਸਟ ਹੈਗਾ ਜੀ ਡਾਕਟਰ, ਜਿਹੜੇ ਕਿ MBBS ਰਿਕੁਆਇਰਡ ਹੈ ਕਿਸੇ ਵੀ ਰਿਕਗਨਾਈਜ਼ਡ ਬੋਰਡ ਜਾਂ ਯੂਨੀਵਰਸਿਟੀ ਤੋਂ, ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ MCI ਦੇ ਨਾਲ ਹੋਣੀ ਉਹ ਜ਼ਰੂਰੀ ਹੈ, ਠੀਕ ਹੈ ਜੀ। ਨੈਕਸਟ ਹੈਗਾ ਨਰਸ ਦਾ, ਉਸ ਤੋਂ ਬਾਅਦ ਇਸ ਦੇ ਵਿੱਚ 3 ਈਅਰ ਡਿਪਲੋਮਾ ਔਰ ਡਿਗਰੀ ਜਿਹੜੀ ਹੈ ਨਰਸਿੰਗ ਦੇ ਵਿੱਚ ਵਿਦਆਊਟ ਜਿਹੜਾ ਤੁਹਾਡਾ ਵਿਦ ਵੈਲਿਡ ਰਜਿਸਟ੍ਰੇਸ਼ਨ ਦੇ ਨਾਲ ਜਿਹੜਾ ਹੋਣਾ ਉਹ ਜ਼ਰੂਰੀ ਹੈ। ਉਸ ਤੋਂ ਬਾਅਦ ਨੈਕਸਟ ਹੈਗੀ ਲਾਸਟ ਜਿਹੜੀ ਹੈ ਡੇਟਾ ਐਂਟਰੀ ਦੀ, ਇਸ ਦੇ ਵਿੱਚ ਕੈਂਡੀਡੇਟ ਜਿਨ੍ਹਾਂ ਨੇ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੋਈ ਹੈ ਕਿਸੇ ਵੀ ਡਿਸਿਪਲਿਨ ਦੇ ਵਿੱਚ, ਇਸ ਦੇ ਵਿੱਚ ਕੋਈ ਮੈਂਸ਼ਨ ਨਹੀਂ ਕੀਤਾ ਕਿ ਸਪੈਸੀਫਿਕ ਜਿਹੜਾ ਡਿਸਿਪਲਿਨ ਹੋਣਾ ਚਾਹੀਦਾ ਹੈ, ਕਿਸੇ ਵੀ ਡਿਸਿਪਲਿਨ 'ਚ ਕੀਤੀ ਹੈ ਤਾਂ ਤੁਸੀਂ ਜਿਹੜਾ ਉਹ ਅਪਲਾਈ ਕਰ ਸਕਦੇ ਹੋ, ਠੀਕ ਹੈ ਜੀ। ਡਿਪਲੋਮਾ ਕੋਰਸਿਸ ਜਿਹੜੇ ਨੇ, ਜਿਹੜੇ ITI ਜਿਹੜਾ ਆਫਰ ਕਰਦਾ ਹੈ, ਜਿਹੜਾ ਕਿ ਇੰਡਸਟਰੀਅਲ ਟ੍ਰੇਨਿੰਗ ਇੰਸਟੀਟਿਊਟ ਵੱਲੋਂ ਕੀਤਾ ਜਾਂਦਾ, ਪੋਲੀਟੈਕਨਿਕਲ ਕਾਲਜ ਵੱਲੋਂ ਕੀਤੇ ਜਾਂਦੇ ਨੇ, ਅਗਰ ਉਹ ਵੀ ਤੁਸੀਂ ਕੀਤਾ ਹੋਇਆ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਤੁਹਾਨੂੰ ਮੈਂ ਆਲਰੇਡੀ ਸਭ ਕੁਝ ਦੱਸ ਚੁੱਕਾ ਕਿ ਇਸ ਦੇ ਵਿੱਚ ਜਿਹੜਾ ਤੁਹਾਡਾ ਨੌਲੇਜ ਕੰਪਿਊਟਰ ਐਪਲੀਕੇਸ਼ਨ ਦੇ ਲਈ, ਸਾਰੇ ਟੀਚਿੰਗ ਡਿਪਾਰਟਮੈਂਟ ਦੇ ਲਈ ਜਿਹੜੀ ਪੋਸਟਾਂ ਦੇ ਲਈ ਹੈਗੀ ਹੈ ਉਹ ਮਸਟ ਹੈ, ਤੁਹਾਨੂੰ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਸੋ ਇਹ ਜਿਹੜੀਆਂ ਪੋਸਟਾਂ ਸੀਗੀਆਂ ਉਹ ਆਊਟ ਹੋਈਆਂ ਨੇ, ਠੀਕ ਹੈ ਜੀ। ਤੁਹਾਨੂੰ ਜਿਹੜੀ ਵੈਬਸਾਈਟ ਦਿਖ ਰਹੀ ਹੋਏਗੀ ਉਸ ਦਾ ਲਿੰਕ ਵੀ ਤੁਹਾਨੂੰ ਟੈਗਲਾਈਨ ਦੇ ਵਿੱਚ ਮਿਲ ਰਿਹਾ ਹੈ, ਤੁਸੀਂ ਉਸ 'ਤੇ ਕਲਿੱਕ ਕਰਕੇ ਵੀ ਜਿਹੜਾ ਮੇਨ ਵੈਬਸਾਈਟ 'ਤੇ ਜਾ ਕੇ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੈੱਕ ਕਰ ਸਕਦੇ ਹੋ। ਵੈਸੇ ਤੁਹਾਨੂੰ ਲਿੰਕ ਮੈਂ ਦੇ ਦਾਂਗਾ, ਤੁਸੀਂ ਉਹ ਡਾਊਨਲੋਡ ਕਰਕੇ ਡਾਇਰੈਕਟ ਵੀ ਦੇਖ ਸਕਦੇ ਹੋ, ਠੀਕ ਹੈ ਜੀ। ਸੋ ਇਹ ਸੀਗੀ ਜੀ ਅੱਜ ਦੀ ਵੀਡੀਓ ਜਿਹੜੀ ਕਿ ਤੁਹਾਡੇ ਲਈ ਲੈ ਕੇ ਆਏ ਸੀ ਅਸੀਂ। ਫਿਰ ਮਿਲਾਂਗੇ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ, ਤਦ ਤੱਕ ਦੇ ਲਈ ਧੰਨਵਾਦ ਜੀ।